किंजाइए प्रदेश प्रोग्राम में ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਤਾਰਾ ਹਟ ਪੀਜ਼ਾ ਜੋ ਕਿ ਫਰੀਦਕੋਟ ਅਤੇ ਕੋਟਕਪੂਰਾ ਵਿਖੇ ਆਪਣੀ ਸੇਵਾਵਾਂ ਦੇ ਰਹੇ ਨੇ। ਇੱਥੇ ਬੱਚਿਆਂ ਨੂੰ ਆਇਲਸ ਪੀਟੀ ਦੀ ਕੋਚਿੰਗ ਦਿੱਤੀ ਜਾਂਦੀ ਹੈ ਅਤੇ ਬਾਹਰ ਜਾਣ ਵਾਲੇ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਦੀ ਫੈਸਿਲਿਟੀ ਵੀ ਮੌਜੂਦ ਹੈ। ਇੱਥੋਂ ਦੇ ਐਮਡੀ ਪ੍ਰਵੀਨ ਸੁਖੇਜਾ ਜੀ ਜੋ ਕਿ ਅੰਥਕ ਮਿਹਨਤੀ ਇਨਸਾਨ ਨੇ ਅਤੇ ਹਮੇਸ਼ਾ ਹੀ ਬੱਚਿਆਂ ਨੂੰ ਗਾਈਡ ਕਰਨ ਲਈ ਤਿਆਰ ਰਹਿੰਦੇ ਨੇ। ਪ੍ਰਵੀਨ ਸੁਖੇਜਾ ਜੀ ਨੂੰ ਪਿਛਲੇ 22 ਸਾਲ ਦਾ ਲੰਬਾ ਤਜਰਬਾ ਹੈ। ਇੱਥੋਂ ਦਾ ਸਟਾਫ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਹੈ। ਸਾਈ ਟੀਮ ਨੇ ਪ੍ਰਵੀਨ ਸੁਖੇਜਾ ਤੇ ਉਹਨਾਂ ਦੀ ਵਾਈਫ ਮੈਮ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਤਾਰਾ ਹਟ ਇਮੀਗ੍ਰੇਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਆਓ ਲੈ ਕੇ ਚੱਲਦੇ ਤੁਹਾਨੂੰ ਤਾਰਾ ਹਟ ਫਰੀਦਕੋਟ ਵਿਖੇ। ਦਰਸ਼ਕੋ, ਪੰਜਾਬ ਪਲਸ ਚੈਨਲ ਦੇ ਕਿੰਜ ਜਾਈਏ ਪ੍ਰਦੇਸ਼ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਇੱਕ ਐਸੀ ਇੰਸਟੀਟਿਊਸ਼ਨ ਜਿਹੜੀ ਪਿਛਲੇ 22 ਸਾਲ ਤੋਂ ਆਪਣੀਆਂ ਸੇਵਾਵਾਂ ਦੇ ਰਹੀ ਹੈ। ਸਾਡੀ ਮੁਰਾਦਾ ਤਾਰਾ ਹਟ ਇਮੀਗ੍ਰੇਸ਼ਨ ਔਰ ਗੱਲ ਕਰ ਰਹੇ ਹਾਂ ਪ੍ਰਵੀਨ ਸੁਖੇਜਾ ਜੀ ਦੇ ਨਾਲ। ਸੁਖੇਜਾ ਜੀ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਨਮਸਕਾਰ ਜੀ, ਮੈਂ ਪੰਜਾਬ ਪਲਸ ਦੇ ਸਾਰੇ ਦਰਸ਼ਕਾਂ ਨੂੰ ਸਵਾਗਤ ਕਰਦਾ ਹਾਂ ਅਤੇ ਅੱਜ ਬੜਾ ਅੱਛਾ ਲੱਗਿਆ ਜੀ ਰਿਚੀ ਜੀ ਤੁਸੀਂ ਸਾਡੇ ਕੋਲ ਆਏ ਅਤੇ ਥੈਂਕ ਯੂ ਸੋ ਮਚ। ਪ੍ਰਵੀਨ ਜੀ, ਜਿਸ ਸਮੇਂ 'ਤੇ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਉਸ ਸਮੇਂ ਦਾ ਅਤੇ ਅੱਜ ਦਾ ਸਿਨੈਰੀਓ ਕਿੰਨਾ ਕੁ ਫਰਕ ਹੈ? ਉਸ ਸਮੇਂ ਦੇ ਉੱਪਰ ਲੋਕਾਂ ਨੂੰ ਟਾਵਾਂ-ਟਿੱਲੇ ਨੂੰ ਪਤਾ ਹੁੰਦਾ ਸੀ ਕਿ ਆਈਲੈਟਸ ਕੋਈ ਹੈ ਚੀਜ਼। ਤੁਸੀਂ ਉਸ ਸਮੇਂ ਦੇ ਇੱਕ ਮਾਸਟਰ ਇਨਸਾਨ ਹੋ। ਬਿਜ਼ਨਸ ਵਾਲੇ ਲੋਕ ਬੜੇ ਇਸ ਪ੍ਰੋਫੈਸ਼ਨ 'ਚ ਆ ਗਏ ਆ, ਏਜੰਟਸ ਬੜੇ ਆ ਗਏ ਆ, ਪਰ ਤੁਸੀਂ ਐਜ਼ ਏ ਕੰਸਲਟੈਂਟ ਹੀ ਸੇਵਾਵਾਂ ਪਹਿਲਾਂ ਤੋਂ ਦਿੱਤੀਆਂ ਔਰ ਲੋਕਾਂ ਨੂੰ ਇੱਕ ਸਹੀ ਪਾਥ ਦਿਖਾਇਆ, ਚਾਹੇ ਉਹ ਆਈਲੈਟਸ ਦਾ ਹੋਵੇ, ਚਾਹੇ ਉਹ ਪਰਸਨੈਲਿਟੀ ਡਿਵੈਲਪਮੈਂਟ ਦਾ ਹੋਵੇ। ਕੀ ਕਹਿਣਾ ਚਾਹੋਗੇ? ਰਿਚੀ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਅਸੀਂ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ ਮੈਨੂੰ ਲੱਗਦਾ ਹੈ ਕੋਟਕਪੂਰਾ ਸ਼ਹਿਰ ਦੇ ਵਿੱਚ ਆਇਲ ਸੈਂਟਰ, ਸਾਡੇ ਜਿਹੜੇ ਪਹਿਲੇ 3 ਆਇਲ ਸੈਂਟਰ ਸੀ, ਅੱਜ ਮੇਰੇ ਖਿਆਲ 100 ਤੋਂ ਵੀ ਜ਼ਿਆਦਾ ਗਿਣਤੀ ਹੋਣੀ ਹੈ। ਜੇ ਪਹਿਲੇ 3 ਆਇਲ ਸੈਂਟਰ ਅੱਜ ਤੋਂ 15 ਸਾਲ ਪਹਿਲਾਂ ਜਦੋਂ ਇਹ ਰੁਝਾਨ ਸ਼ੁਰੂ ਹੋਇਆ ਵਿਦੇਸ਼ ਜਾਣ ਦਾ, ਉਦੋਂ ਅਸੀਂ ਆਇਲਸ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਅਤੇ ਉਦੋਂ ਅਤੇ ਅੱਜ ਦੇ ਵਿੱਚ ਬਹੁਤ ਫ਼ਰਕ ਪੈ ਚੁੱਕਿਆ ਹੈ। ਆਇਲਸ ਇੱਕ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ। ਬਹੁਤ ਦੁਨੀਆ ਦੇਖੋ, ਇਹ ਪੈਸਾ ਬਹੁਤ ਹੈ ਇਸ ਇੰਡਸਟਰੀ ਦੇ ਵਿੱਚ, ਲੇਕਿਨ ਇੱਕ ਕੁਆਲਿਟੀ ਜਿਹੜੀ ਹੈ ਨਾ, ਕੁਆਲਿਟੀ ਆਫ ਟੀਚਿੰਗ, ਕੁਆਲਿਟੀ ਆਫ ਲਾਈਫ, ਕੁਆਲਿਟੀ ਜਿਹੜੀ ਬੱਚਿਆਂ ਨੂੰ ਬੇਸਿਕਲੀ ਆਪਾਂ ਕਹਿੰਦੇ ਨਾ ਐਜੂਕੇਸ਼ਨ ਇੰਪਾਰਟ ਕਰਦੇ ਹੈ, ਉਹਦੇ ਵਿੱਚ ਉਹ ਨਾ ਖਤਮ ਹੁੰਦੀ ਜਾ ਰਹੀ ਹੈ। ਬੱਚੇ ਅੱਜ ਕੱਲ੍ਹ ਇਹਨੂੰ, ਕਿਉਂਕਿ ਮੈਂ ਜਿਵੇਂ ਕਿਹਾ ਕਿ ਇੱਕ ਬਿਜ਼ਨਸ ਦਾ ਰੂਪ ਦਿੱਤਾ ਜਾ ਰਿਹਾ ਹੈ ਅਤੇ ਜਦੋਂ ਬਿਜ਼ਨਸ ਦਾ ਰੂਪ ਕੋਈ ਚੀਜ਼ ਬਣ ਜਾਂਦੀ ਹੈ ਨਾ ਤਾਂ ਉਹਦੇ ਵਿੱਚ ਰਿਚੀ ਜੀ ਜ਼ਿਆਦਾਤਰ ਫਿਰ ਨਾ ਪੈਸਾ ਕਿਵੇਂ ਬਣਾਈਏ ਉਸ ਚੀਜ਼ ਨੂੰ ਪ੍ਰਾਇਰਿਟੀ ਦਿੱਤੀ ਜਾਂਦੀ, ਨਾ ਕਿ ਬੱਚਾ ਆਪਣੀ ਪ੍ਰਾਇਰਿਟੀ ਨਹੀਂ ਰਹਿੰਦਾ ਕਿ ਜਲਦੀ ਇਹਨੂੰ ਐਕਚੁਅਲੀ ਕਹਿੰਦੇ ਨਾ ਕਿ ਸਹੀ ਗਾਈਡ ਕਰਕੇ ਕਿਵੇਂ ਇਹਨੂੰ ਆਪਣੀ ਮੰਜ਼ਿਲ 'ਤੇ ਪਹੁੰਚਾਇਆ ਜਾਵੇ। ਬਸ ਇਹੀ ਫ਼ਰਕ ਜੋ ਮੈਂ ਮਹਿਸੂਸ ਕੀਤਾ ਹੈ। ਬਟ ਕਹਿੰਦੇ ਨਾ ਕਿ ਲਾਈਫ ਹੈ ਕਿ ਜਿਹੜੀ ਉਹ ਰੁਕਣ ਦਾ ਨਾਮ ਨਹੀਂ ਹੈ, ਉਹ ਚੱਲਣ ਦਾ ਨਾਮ ਹੈ ਅਤੇ ਸਮਾਂ ਬਹੁਤ ਬਲਵਾਨ ਹੈ। ਇਹਦੇ ਵਿੱਚ ਬਹੁਤ ਸਾਰੇ ਬਦਲਾਅ ਹੁੰਦੇ ਹੈ ਅਤੇ ਦੇਖੋ ਅਸੀਂ ਵੀ ਇਸ ਚੀਜ਼ ਨੂੰ ਮੰਨਦੇ ਹਾਂ ਕਿ ਸਮੇਂ ਦੇ ਨਾਲ ਜੋ ਬਦਲਾਅ ਹੋਇਆ ਅਸੀਂ ਵੀ ਉਹਦੇ ਨਾਲ ਅੱਜ ਵੀ ਖੜ੍ਹੇ ਅਤੇ ਪਹਿਲਾਂ ਵੀ ਖੜ੍ਹੇ ਸੀ। ਲੇਕਿਨ ਅਸੀਂ ਜੋ ਅੱਜ ਤੋਂ 15 ਸਾਲ ਪਹਿਲਾਂ ਜੋ ਸ਼ੁਰੂਆਤ ਕੀਤਾ ਸੀ, ਜਿਸ ਤਰ੍ਹਾਂ ਦੀ ਕੁਆਲਿਟੀ ਐਜੂਕੇਸ਼ਨ ਜਿਹਦੇ ਵਿੱਚ ਅਸੀਂ ਨੋ ਕੰਪਰੋਮਾਈਜ਼, 0 ਕੰਪਰੋਮਾਈਜ਼, 100% ਟਰਾਂਸਪੇਰੈਂਸੀ ਅਤੇ ਕੁਆਲਿਟੀ ਦੀ ਗੱਲ ਕਰਦੇ ਸੀ ਅਤੇ ਮੇਰੇ ਸਟੂਡੈਂਟ ਅੱਜ ਵੀ ਇਹੀ ਗੱਲ ਕਹਿੰਦੇ ਹੈ ਅਤੇ ਸ਼ਾਇਦ ਹਰ ਉਹ ਵਿਅਕਤੀ ਜਿਹੜਾ ਮੈਨੂੰ ਜਾਣਦਾ ਹੈ, ਹਰ ਉਹ ਸਟੂਡੈਂਟ ਜਿਹੜਾ ਮੇਰੇ ਤੋਂ ਅੱਜ ਤੋਂ 15 ਸਾਲ ਪੜ੍ਹਿਆ ਜਾਂ ਮੈਂ ਤੁਹਾਨੂੰ ਇੱਕ ਬੜੀ ਮਜ਼ੇ ਵਾਲੀ ਗੱਲ ਦੱਸਦਾ, ਅਸੀਂ ਹੁਣ 2nd ਜਨਰੇਸ਼ਨ ਨੂੰ ਪੜ੍ਹਾਉਣ ਵਾਲੇ ਇੰਸਟੀਟਿਊਟ ਬਣ ਗਏ ਜੀ। ਮੇਰੇ ਕੋਲ ਪਿੱਛੇ ਜੇ ਇੱਕ ਲੇਡੀ ਆਈ, ਉਹ ਮੈਨੂੰ ਆ ਕੇ ਕਹਿੰਦੀ, ਸਰ ਮੈਂ ਅੱਜ ਤੋਂ 20 ਸਾਲ ਪਹਿਲਾਂ ਤੁਹਾਡੀ ਸਟੂਡੈਂਟ ਰਹੀ ਹੈ ਅਤੇ ਆਹ ਮੇਰੀ ਬੇਟੀ ਹੈ, ਇਹਨੂੰ ਆਇਲਸ ਕਰਾ ਕੇ ਕੈਨੇਡਾ ਭੇਜਣਾ ਹੈ। ਅਤੇ ਮੇਰਾ ਜਿਹੜਾ ਕਹਿੰਦੇ ਨਾ ਕਿ ਛਾਤੀ ਜਿਹੜੀ ਨਾ ਸੀਨਾ ਫੁੱਲ ਗਿਆ ਕਿ ਯਾਰ ਇਹ ਹੁੰਦਾ ਹੈ ਬੇਸਿਕਲੀ ਕਿਸੇ ਵੀ ਸੰਸਥਾ ਦੇ ਨਾਲ ਤੁਹਾਡਾ ਜਿਹੜਾ ਵਿਸ਼ਵਾਸ ਹੈ, ਵਿਸ਼ਵਾਸ ਜਿਹੜਾ ਹੈਗਾ। ਦੇਖੋ ਜੇ 20 ਸਾਲ ਤੋਂ ਸਾਡਾ ਲੋਕਾਂ, ਅੱਜ ਜੇ ਅਸੀਂ ਇੱਥੇ ਬੈਠੇ ਹੈ, ਅੱਜ ਅਸੀਂ ਜੇ ਮਤਲਬ ਸਕਸੈਸਫੁਲੀ ਕੰਮ ਕਰ ਰਹੇ ਹੈ, ਉਹਦਾ ਰੀਜ਼ਨ ਸਾਡੇ ਕਸਟਮਰ ਹੈ। ਸਾਡੇ 20 ਸਾਲ ਤੋਂ ਪੁਰਾਣੇ ਜਿਹੜੇ ਕਸਟਮਰ ਸਾਡੇ ਨਾਲ ਜੁੜੇ ਹੋਏ ਹੈ ਅਤੇ ਅੱਜ ਵੀ ਉਹੀ ਜੁੜੇ ਹੋਏ ਆਪਦੀ 2nd ਜਨਰੇਸ਼ਨ ਨੂੰ ਲੈ ਕੇ। ਪ੍ਰਵੀਨ ਜੀ, ਜਿਸ ਤਰੀਕੇ ਦੇ ਨਾਲ ਅੱਜ ਚਾਹੇ ਆਪਾਂ ਆਸਟ੍ਰੇਲੀਆ ਦੀ ਗੱਲ ਕਰ ਲਈਏ, ਚਾਹੇ ਆਪਾਂ UK ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਤਾਂ ਸੈਂਕੜੇ ਸਟੂਡੈਂਟ ਜਿਹੜੇ ਹੈਗੇ ਆ ਉਹ ਪੈਰੀ ਹੱਥ ਲਾਉਣ ਵਾਲੇ, ਉਹ ਇਹ ਗੱਲ ਕਹਿਣ ਵਾਲੇ ਪ੍ਰਵੀਨ ਜੀ ਦੀ ਮਿਹਰਬਾਨੀ ਦੇ ਨਾਲ ਅੱਜ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ। ਕੀ ਕਹਿਣਾ ਚਾਹੋਗੇ ਕਿ ਤੁਹਾਡਾ ਕੇਵਲ ਵੀਜ਼ਾ ਲਵਾਉਣਾ ਹੀ ਕੰਮ ਨਹੀਂ ਹੈ, ਬਲਕਿ ਉੱਧਰ ਬੱਚਿਆਂ ਨੂੰ ਕੋਈ ਤਕਲੀਫ ਆਉਂਦੀ ਹੈ, ਉਹਨਾਂ ਦਾ ਰੈਜ਼ੀਡੈਂਸ ਦਾ ਹੈ, ਉਹਨਾਂ ਨੂੰ ਕਾਲਜਾਂ ਦੀ ਚੂਜ਼ਿੰਗ ਹੈ, ਉਹਨਾਂ ਨੂੰ ਕੋਰਸਿਸ ਦੀ ਚੂਜ਼ਿੰਗ ਹੈ ਸਭ ਤੋਂ ਵੱਡੀ ਗੱਲ, ਔਰ ਉਸ ਤੋਂ ਬਾਅਦ ਸਕਾਲਰਸ਼ਿਪ, ਔਰ ਜਿਹੜੇ ਹੁਸ਼ਿਆਰ ਵਿਦਿਆਰਥੀ ਆ ਜਿਨ੍ਹਾਂ ਦੇ ਬੈਂਡਸ ਵਧੀਆ ਹੁੰਦੇ ਨੇ, ਜਿਹੜੇ ਫਾਈਨੈਂਸ਼ੀਅਲੀ ਥੋੜ੍ਹਾ ਜ਼ਿਆਦਾ ਮਤਲਬ ਸਾਊਂਡ ਨਹੀਂ ਹੁੰਦੇਗੇ, ਉਹਨਾਂ ਬੱਚਿਆਂ ਦੇ ਤੁਸੀਂ ਇੱਕ ਵਰਦਾਨ ਬਣ ਕੇ ਸਾਬਤ ਹੋਏ ਹੋ। ਔਰ ਅੱਜ ਉਹ ਬੱਚੇ ਜਿਹੜੇ ਹੈਗੇ ਇੱਕ ਪੋਜ਼ਿਟਿਵ ਫੋਰਸ ਬਣ ਕੇ ਫੋਰਨ ਦੇ ਵਿੱਚ ਵੀ ਉਹ ਖੁਸ਼ਬੂਆਂ ਜਿਹੜੀਆਂ ਹੈਗੀਆਂ ਇਸ ਪ੍ਰਵੀਨ ਸੁਖੇਜਾ ਜੀ ਦੀਆਂ ਫੈਲਾ ਰਹੇ। ਰਿਚੀ ਜੀ ਦੇਖੋ, ਤੁਸੀਂ ਬਹੁਤ ਵੱਡੀਆਂ ਗੱਲਾਂ ਅਤੇ ਬਹੁਤ ਮੇਰੇ ਵਾਸਤੇ, ਦੇਖੋ ਮੈਂ ਤਾਂ ਇੱਕ
ਪਿਛਲੇ 20-22 ਸਾਲ ਤੋਂ, ਪਿਛਲੇ 23ਵਾਂ ਸਾਲ ਹੈ ਮੈਨੂੰ ਇਸ ਇੰਡਸਟਰੀ ਦੇ ਵਿੱਚ, ਅਸੀਂ ਜੋ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ, ਦੇਖੋ ਬੇਸਿਕਲੀ ਤੁਸੀਂ ਕਾਫੀ ਸਾਰੇ ਕੁਐਸਚਨ ਇੱਕ ਹੀ ਕੁਐਸਚਨ 'ਚ ਪੁੱਛ ਲਏ ਆ, ਮੈਂ ਇੱਕ ਇੱਕ ਕਰਕੇ ਇਹਨੂੰ ਜਵਾਬ ਦਿੰਦਾ। ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜਾ ਆਪਾਂ ਇੱਕ ਬੱਚਾ ਆਉਂਦਾ ਹੈ, ਮੈਂ ਕਹਿੰਦਾ ਕਿ ਉਹ +2 ਤੋਂ ਬਾਅਦ ਜਾਂਦਾ ਹੈ। ਮੈਂ ਹਮੇਸ਼ਾ ਪੇਰੈਂਟਸ ਨੂੰ, ਜਿੰਨੇ ਵੀ ਪੇਰੈਂਟਸ ਮੇਰੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਹਦੀ ਤਿਆਰੀ 10ਵੀਂ ਤੋਂ ਬਾਅਦ, 10ਵੀਂ ਤੋਂ ਪਹਿਲਾਂ ਹੀ ਸ਼ੁਰੂ ਕਰ ਦਿਆ ਕਰੋ। ਕਿਉਂਕਿ ਇੱਕ ਬੱਚਾ ਕਿਹੜੇ ਕੋਰਸ ਦੇ ਵਿੱਚ ਆਪਾਂ ਭਰਤੀ ਕਰਨਾ, ਕਿਹੜੀ, ਪਹਿਲਾਂ ਦੇਖੋ ਚੋਇਸ ਆਫ ਕੰਟਰੀ, ਚੋਇਸ ਆਫ ਯੂਨੀਵਰਸਿਟੀ, ਚੋਇਸ ਆਫ ਕੋਰਸ, ਤੇ ਕਿੰਨਾ ਫੰਡਸ ਚਾਹੀਦੇ ਹੈ, ਕੀ ਪ੍ਰੈਪਰੇਸ਼ਨ ਚਾਹੀਦੀ ਹੈ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਸਕਾਲਰਸ਼ਿਪਸ ਦਿੰਦੀਆਂ, ਤੇ ਸਕਾਲਰਸ਼ਿਪ ਇੱਕ ਦਿਨ 'ਚ ਨਹੀਂ ਮਿਲਦਾ। 96% 92% ਵਾਲੇ ਬੱਚਿਆਂ ਨੂੰ ਸਕਾਲਰਸ਼ਿਪਸ ਨਹੀਂ ਮਿਲਦੇ, ਪਰ ਸਕਾਲਰਸ਼ਿਪ ਦੀ ਤਿਆਰੀ ਕਰਨੀ ਪੈਂਦੀ ਹੈ। ਤੁਹਾਨੂੰ ਮੈਂ ਇੱਕ ਬਹੁਤ ਵੱਡੀ ਗੱਲ ਦੱਸਦਾ, ਰੀਸੈਂਟਲੀ ਸਾਡੀ ਇੱਕ ਦਿੱਲੀ ਦਾ ਬੱਚਾ ਸੀਗਾ, ਸਾਡੀ ਇੱਕ ਸਟੂਡੈਂਟ ਹੈ, ਗਰਿਮਾ ਸ਼ਰਮਾ ਉਹਦਾ ਨਾਮ ਹੈ, ਉਹਨੂੰ ਯਾਰਕ ਯੂਨੀਵਰਸਿਟੀ ਤੋਂ 1.25 ਕਰੋੜ ਰੁਪਏ ਦਾ ਸਕਾਲਰਸ਼ਿਪ ਮਿਲਿਆ ਜੀ। ਮਤਲਬ ਉਹਦੀ ਪੂਰੀ ਪੜ੍ਹਾਈ ਫ੍ਰੀ, ਪੂਰੀ ਬੋਰਡਿੰਗ ਲੌਜਿੰਗ ਫ੍ਰੀ, ਮਤਲਬ ਉਹਨੂੰ ਪੂਰੀ ਤਰ੍ਹਾਂ ਨਾਲ ਯੂਨੀਵਰਸਿਟੀ ਨੇ ਫ੍ਰੀ 20 ਬੱਚਿਆਂ ਨੂੰ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਦੇਣਾ ਸੀ। ਤੇ ਉਹ ਜਿਹੜੇ 20 ਬੱਚਿਆਂ 'ਚੋਂ ਸਾਡਾ ਇੱਕ ਬੱਚਾ ਆਇਆ, ਤੇ ਉਹ ਸਾਡੇ ਵਾਸਤੇ ਇੱਕ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਪੂਰੇ ਦੇਖੋ ਇਹ ਕਿਉਂ ਹੋਇਆ, ਕਿਉਂਕਿ ਸਾਡੀ ਤਿਆਰੀ ਪਿਛਲੇ 4-5 ਸਾਲ ਤੋਂ ਚੱਲ ਰਹੀ ਹੈ ਉਹਦੇ ਪੇਰੈਂਟਸ ਦੇ ਨਾਲ। ਕਿਸ ਤਰ੍ਹਾਂ ਆਪਣੇ ਤੁਸੀਂ ਪ੍ਰੋਫਾਈਲ ਨੂੰ ਮਜ਼ਬੂਤ ਬਣਾਉਣਾ ਹੈ, ਕੀ ਐਕਟੀਵਿਟੀਜ਼, ਦੇਖੋ ਜਿਹੜੀਆਂ ਫੋਰਨ ਦੀਆਂ ਯੂਨੀਵਰਸਿਟੀਜ਼ ਹਨ, ਜਿਹੜੀਆਂ ਟੌਪ ਯੂਨੀਵਰਸਿਟੀਜ਼, ਉਹ ਇਹ ਦੇਖਦੀਆਂ ਕਿ ਇਹ ਬੱਚਾ ਜਿਹੜਾ ਹੈਗਾ ਸੋਸਾਇਟੀ ਨੂੰ ਕਿਵੇਂ ਕੰਮ ਆਏਗਾ, ਸਾਡੇ ਦੇਸ਼ ਦੇ ਵਿੱਚ ਇਹਦੀ ਯੂਸਫੁਲਨੈਸ ਕੀ ਹੈ। ਪੜ੍ਹਾਈ ਤਾਂ ਇੱਕ, ਦੇਖੋ ਕਹਿੰਦੇ ਨਾ ਕਿ ਇੰਡੀਆ ਦੇ ਵਿੱਚ 90% ਲੈਣ ਵਾਲੇ ਬਹੁਤ ਬੱਚੇ ਹੈ, ਬਟ ਕੀ ਉਹ ਬੱਚਾ ਵਾਕਈ ਟੈਲੈਂਟਡ ਹੈ, ਕਿ ਉਸ ਬੱਚੇ ਦੇ ਵਿੱਚ ਵਾਕਈ ਜਿਹੜੇ ਕਹਿੰਦੇ ਨਾ ਚੌਪੱਖੀ ਗੁਣ ਹੈ, ਉਹਦੇ ਵਿੱਚ ਉਹਦੀ ਜਿਹੜੀ ਸ਼ਖਸੀਅਤ ਹੈ, ਪਰਸਨੈਲਿਟੀ ਹੈ, ਉਹ ਇੱਦਾਂ ਦੀ ਹੈ ਕਿ ਉਹ ਉਸ ਦੇਸ਼ ਦੇ ਵਿੱਚ ਆਮ ਜਨਤਾ ਨੂੰ, ਮਤਲਬ ਕਹਿੰਦੇ ਕਿ ਸੋਸਾਇਟੀ ਵਾਸਤੇ ਕੰਮ ਆਏਗਾ ਕਿ ਨਹੀਂ, ਇਹ ਚੀਜ਼ ਦੇਖਦੇ ਆ। ਸੋ ਅਸੀਂ ਬੱਚਿਆਂ ਨੂੰ ਰეკਮੈਂਡ ਕਰਦੇ ਹਾਂ, ਤੁਸੀਂ ਪੇਰੈਂਟਸ ਨੂੰ ਵੀ ਮੇਰੀ ਇਹ ਹੈ ਕਿ ਤੁਸੀਂ ਆਪਣੇ ਬੱਚੇ ਦਾ, ਜੇ ਦੇਖੋ ਮੈਂ ਹਮੇਸ਼ਾ ਅਵੇਲੇਬਲ ਹੈ, ਤੁਸੀਂ ਮੇਰੇ ਕੋਲ ਆਓ, ਦੇਖੋ ਕਿਸੇ ਵੀ ਤਰ੍ਹਾਂ ਦਾ ਕੋਈ ਖਰਚਾ ਨਹੀਂ ਹੈ, ਤੁਸੀਂ ਆਓ, ਕੰਸਲਟੈਂਸੀ ਲਓ, ਐਡਵਾਈਸ ਲਓ। 10ਵੀਂ ਤੋਂ ਐਡਵਾਈਸ ਲੈਣੀ ਸ਼ੁਰੂ ਕਰੋ, ਜਦੋਂ ਬੱਚਾ ਜਾਊਗਾ, ਚਾਹੇ ਉਹ ਗ੍ਰੈਜੂਏਸ਼ਨ ਤੋਂ ਬਾਅਦ ਵੀ ਜਾਵੇ, ਤਾਂ ਵੀ ਮੈਂ ਅਵੇਲੇਬਲ ਹੈ। ਪਰ ਥੋੜਾ ਜਿਹਾ ਅਵੇਅਰ ਹੋ ਜਾਓ, ਪੇਰੈਂਟਸ ਨੂੰ ਕਹਿੰਦਾ, ਬੱਚਿਆਂ ਨੂੰ ਵੀ ਕਹਿੰਦਾ, ਅਵੇਅਰ ਹੋ ਜਾਓ। ਐਵੇਂ ਮਸ਼ਹੂਰੀਆਂ ਦੇਖ ਕੇ ਅੱਗੇ ਪਿੱਛੇ ਨਾ ਦੇਖੋ, ਥੋੜੀ ਰਿਸਰਚ ਕਰੋ। ਕਹਿੰਦੇ ਨਾ ਕਿ ਇੱਕ ਮਸ਼ਹੂਰੀ ਆਉਂਦੀ ਸੀ, ਆਪਣੀ ਅਕਲ ਲੜਾਓ। ਮੈਂ ਇਹੀ ਬੱਚਿਆਂ ਨੂੰ ਤੁਹਾਡੇ ਰਾਹੀਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਕੱਲ੍ਹ ਦੇਖੋ ਇਸ ਚੱਕਾਚੌਂਧ ਦੇ ਜ਼ਮਾਨੇ ਦੇ ਵਿੱਚ, ਅੱਜ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਜ਼ਮਾਨੇ ਤੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਆ। ਜਿਵੇਂ ਇੱਕ ਛੋਟੀ ਜਿਹੀ ਗੱਲ ਦੱਸਦਾ, ਜਿਹੜੇ ਬੱਚਿਆਂ ਦੇ ਆਇਲਸ ਦੇ ਵਿੱਚ ਬੈਂਡ ਸਕੋਰ ਨਹੀਂ ਹੈਗੇ, ਜਿਹੜੇ ਬੱਚਿਆਂ ਦੇ ਐਕੈਡੈਮਿਕਸ ਬਹੁਤ ਪੂਰ ਹੈ, 50%, ਉਹ ਵਿਚਾਰੇ ਆਇਲਸ ਕਰੀ ਜਾਂਦੇ, ਵਾਰ-ਵਾਰ ਨਹੀਂ ਨੰਬਰ ਆਉਂਦੇ, 10 ਇੰਸਟੀਚਿਊਟਸ ਵਿੱਚ ਜਾਂਦੇ ਆ, ਵੀਜ਼ਾ ਵਾਰ-ਵਾਰ ਅਪਲਾਈ ਕਰਦੇ ਆ, ਨਹੀਂ ਆਉਂਦਾ। ਉਹਨਾਂ ਨੂੰ ਮੇਰੀ ਇਹੀ ਰਾਏ ਹੈ ਕਿ ਤੁਸੀਂ ਵਾਰ-ਵਾਰ ਟਰਾਈ ਕਰਨਾ ਛੱਡ ਦਿਓ, ਐਵੇਂ ਕਿਸੇ ਗਲਤ ਏਜੰਟ ਦੇ ਹੱਥੇ ਚੜ੍ਹ ਜਾਓਗੇ, ਫਿਰ ਸਾਰਾ ਦਿਨ ਤੁਸੀਂ ਮਤਲਬ ਆਪਣੀ ਜ਼ਿੰਦਗੀ ਦੇ ਜਿਹੜੇ ਕੀਮਤੀ ਸਮਾਂ ਤੇ ਪੈਸਾ ਬਰਬਾਦ ਕਰਕੇ ਫਿਰ ਤੁਸੀਂ ਸ਼ਿਕਾਇਤਾਂ ਦੇ ਵਿੱਚ ਕਿਸੇ ਪੁਲਿਸ ਕੰਪਲੇਂਟ ਕਰੋਗੇ। ਮੈਂ ਤੁਹਾਨੂੰ ਕਹਿੰਦਾ ਹੈ ਕਿ ਜੇ ਤੁਹਾਡੇ ਆਇਲਸ ਵਿੱਚ ਨੰਬਰ ਘੱਟ ਹੈ, +2 ਦੇ ਵਿੱਚ ਨੰਬਰ ਘੱਟ ਹੈ, ਤੁਸੀਂ ਅਪਲਾਈ ਹੀ ਨਾ ਕਰੋ। ਅੱਗੇ ਇੰਡੀਆ ਦੇ ਵਿੱਚ ਪੜ੍ਹੋ, ਗ੍ਰੈਜੂਏਸ਼ਨ ਤੋਂ ਬਾਅਦ ਪੜ੍ਹ ਕੇ ਤੁਸੀਂ ਅੱਗੇ ਜਾ ਸਕਦੇ ਹੋ। ਪ੍ਰਵੀਨ ਜੀ, ਇਹ ਜਿਹੜੀ ਚੱਕਾਚੌਂਧ ਕਰਦੀ ਜਿਹੜੀ ਦੁਨੀਆ ਹੈ ਇਮੀਗ੍ਰੇਸ਼ਨ ਦੀ, ਆਈਲੈਟਸ ਦੀ, ਅੱਜ ਹਰੇਕ ਬੱਚਾ ਜਾਣਾ ਚਾਹੁੰਦਾ ਹੈਗਾ, ਔਰ ਰੋਜ਼ ਆਪਾਂ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਸ਼ਿਕਾਇਤਾਂ ਔਰ ਇਹ ਚੀਜ਼ਾਂ ਕਿੱਦਾਂ ਬਚਣ ਲੋਕ, ਕਿੱਦਾਂ ਕੀ ਮਤਲਬ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ, ਜਿਹੜੇ ਪੇਰੈਂਟਸ, ਜਿਹੜੇ ਬੱਚੇ ਵਿਚਾਰੇ 8-8 ਬੈਂਡ ਲੈ ਵੀ ਲੈ ਜਾਂਦੇ ਆ, ਲੇਕਿਨ ਫਿਰ ਵੀ ਉਹ ਜਿਹੜਾ ਹੈਗਾ ਠੱਗੀਆਂ ਦੇ ਸ਼ਿਕਾਰ, ਫਿਰ ਵੀ ਉਹਨਾਂ ਨੂੰ ਪਤਾ ਨਹੀਂ ਚੱਲਦਾ। ਕਿਉਂਕਿ ਜਦੋਂ ਅਗਲਾ ਕਹਿੰਦਾ ਮੇਰੇ ਮਾਮੇ ਦੀ ਕੁੜੀ ਨੂੰ ਇਹਨੇ ਭੇਜਿਆ ਸੀ, ਆ ਜਾ ਕਰਾਂ, ਉਹਨੇ 3 ਲੱਖ ਲਾਇਆ ਸੀਗਾ ਮੇਰਾ, ਤਾਂ ਉਦੋਂ ਬੰਦੇ ਦੇ ਅੱਖਾਂ ਦੇ ਉੱਤੇ ਪੜਦੇ ਪੈ ਜਾਂਦੇ ਆ। ਕੀ ਕਹਿਣਾ ਚਾਹਾਂਗੇ ਕਿ ਉਹਨਾਂ ਨੂੰ ਕੰਸਲਟੈਂਟ ਦਾ ਔਰ ਏਜੰਟ ਦਾ, ਦੋਨਾਂ ਦਾ ਫਰਕ ਜਿਹੜਾ ਹੈਗਾ ਉਹ ਦੇਖਣਾ ਪਊਗਾ, ਔਰ ਹਮੇਸ਼ਾ ਜਿਹੜਾ ਹੈਗਾ ਉਹ ਬੰਦੇ ਜਿਨ੍ਹਾਂ ਦਾ ਕੈਡਰ, ਹੁਣ 22 ਸਾਲ ਦਾ ਜਿਹਨੂੰ ਬੰਦੇ ਨੂੰ ਲੰਬਾ ਤਜਰਬਾ, ਜਿਹੜੇ ਬੰਦੇ ਨੇ ਹਮੇਸ਼ਾ ਲੋਕਾਂ ਦੇ ਵਿੱਚ ਵਿਚਰਨਾ ਹੈਗਾ, ਜਿਹਨੇ ਕਦੇ ਇਹ ਨਹੀਂ ਗੱਲ ਕਿ ਐਡੇ ਔਖੇ ਸਮੇਂ ਵੀ ਦੇਖ ਲਏ, ਕਰੋਨਾ ਦੇ 2 ਸਾਲ ਦੇ ਵਿੱਚ ਸਾਰੀਆਂ ਇੰਡਸਟਰੀਆਂ ਵਾਲੇ ਜਿਹੜੇ ਹੈਗੇ ਉਹਨਾਂ ਦੀ ਮਤਲਬ ਬੰਦ ਦੇ ਕੰਗਾਰ ਤੇ ਆ ਗਈਆਂ ਸੀਗੀਆਂ, ਲੇਕਿਨ ਤੁਸੀਂ ਆਨਲਾਈਨ ਸਟੱਡੀ ਦੇ ਵਿੱਚ ਫਿਰ ਲੋਕਾਂ ਨੂੰ ਜਿਹੜਾ ਹੈਗਾ ਪਰਿਪੱਕ ਕਰਦੇ ਰਹੇ। ਤੁਹਾਡੇ ਕੋਲ ਆਨਲਾਈਨ ਸਟੱਡੀ ਜਿਹੜੀ ਹੈਗੀ ਆ ਕੋਈ ਨਈ ਚੀਜ਼ ਨਹੀਂ ਸੀ ਪ੍ਰਵੀਨ ਜੀ, ਪੁਰਾਣੇ ਤੋਂ ਤੁਸੀਂ ਜਿਹੜਾ ਹੈਗਾ ਆਨਲਾਈਨ ਦੇ ਵਿੱਚ ਆਪਣੇ ਜਿਹੜੇ ਟੀਚਰਸ ਆ ਉਹਨਾਂ ਨੂੰ ਜਿਹੜਾ ਹੈਗਾ ਗਾਈਡਨੈਸ ਦਿੱਤੀ ਹੋਈ ਸੀਗੀ, ਕੀ ਕਹਿਣਾ ਚਾਹੋਗੇ? ਦੇਖੋ ਤੁਸੀਂ ਜਿਹੜੀ ਇਹ ਸਵਾਲ ਪੁੱਛਿਆ, ਪਹਿਲੇ ਤੁਹਾਡੇ ਮੈਂ ਸਵਾਲ ਦਾ ਜਵਾਬ ਦਊਂਗਾ ਕਿ ਕਹਿੰਦੇ ਨਾ ਕਿ ਅਵੇਅਰਨੈਸ ਬੜੀ ਜ਼ਰੂਰੀ ਹੈ। ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਓ, ਜੇ ਤੁਸੀਂ ਅਵੇਅਰ ਨਹੀਂ ਹੈਗੇ
ਹੈ ਨਾ। ਅੱਖਾਂ ਬੰਦ ਕਰਕੇ ਤੁਸੀਂ ਕੋਈ ਵੀ ਡਿਸੀਜਨ ਲਓਗੇ ਨਾ ਤਾਂ ਗਲਤੀ ਹੋਊਗਾ। ਬਸ ਮੈਂ ਤਾਂ ਇਹ ਕਹਿੰਦਾ ਕਿ ਤੁਸੀਂ ਆਪਣੀਆਂ ਅੱਖਾਂ ਖੋਲੋ, ਕੰਨ ਖੋਲੋ ਤੇ ਕਿਸੇ ਮਗਰ ਨਾ ਲੱਗੋ, ਆਪਣੀ ਅਕਲ ਲੜਾਓ। ਸਾਹਮਣੇ ਜਿਹੜੇ ਬੰਦੇ ਨੂੰ ਤੁਸੀਂ ਮਿਲਣਾ ਹੈ, ਬਹੁਤ ਵਾਰੀ ਇਹ ਹੁੰਦਾ ਕਿ ਆਪਾਂ ਮਿਲਦੇ ਹੀ ਨਹੀਂ ਕੰਸਲਟੈਂਟ, ਕਿਉਂਕਿ ਉਹੀ ਗੱਲ ਮਾਮੇ ਦੇ ਮੁੰਡੇ ਦਾ ਵੀਜ਼ਾ ਉੱਤੇ ਲੱਗਿਆ ਸੀ ਇਸ ਕਰਕੇ। ਦੇਖੋ ਇੱਕ ਤਜਰਬਾ ਜਿਹੜਾ ਹੈਗਾ ਨਾ ਕੰਸਲਟੈਂਟ, ਬੱਚੇ ਨੂੰ ਬਾਹਰ ਭੇਜਣਾ ਆਪਣੇ ਮੈਂ ਕੀ ਕਹੂੰਗਾ ਕਿ ਆਪਣੀ ਥੋੜੀ ਕਮਜ਼ੋਰੀ ਆਪਣੀ ਵੀ ਹੈ, ਆਪਣੇ ਮਾਪਿਓ ਦੀ, ਉਹ ਜ਼ਿਆਦਾ ਇਸ ਚੀਜ਼ ਨੂੰ ਪੜ੍ਹਾਈ ਤੇ ਤਾਂ ਬੇਸਿਕਲੀ ਉਹ ਜ਼ੋਰ ਦਿੰਦੇ ਹੀ ਨਹੀਂ ਨਾ। ਮੈਂ ਰეკਮੈਂਡ ਕਰੂੰਗਾ ਕਿ ਜੇ ਤੁਸੀਂ ਸਟੱਡੀ ਵੀਜ਼ਾ ਤੇ ਭੇਜ ਰਹੇ ਹੋ ਤਾਂ ਬੱਚਿਆਂ ਨੂੰ ਤੁਸੀਂ ਇਹ ਮੋਟੀਵੇਟ ਕਰੋ ਕਿ ਪੜ੍ਹੋ, ਅੱਛਾ ਪੜ੍ਹ ਗਏ ਤਾਂ ਅੱਛੀ ਲਾਈਫ ਉਹਨਾਂ ਦੀ ਬਣ ਹੀ ਜਾਣੀ ਹੈ। ਜੇ ਪੜ੍ਹਾਈ ਹੀ ਨਹੀਂ ਵਧੀਆ ਹੋਊਗੀ, ਇੱਥੋਂ ਜੇ ਯੂਨੀਵਰਸਿਟੀ ਦੀ ਚੋਣ ਹੀ ਵਧੀਆ ਨਹੀਂ ਹੋਊਗੀ, ਜੇ ਕੋਰਸ ਚੋਇਸ ਗਲਤ ਹੋਏਗੀ, ਜਿਵੇਂ ਆਸਟ੍ਰੇਲੀਆ ਦੇ ਵਿੱਚ ਅਕਸਰ ਲੋਕ ਉੱਥੇ ਜਾਂਦੇ ਆ, ਉੱਥੇ ਡਿਗਰੀ ਪ੍ਰੋਗਰਾਮਸ ਤੋਂ ਬਾਅਦ ਜੇ ਬੱਚੇ, ਮੇਰਾ ਖੁਦ ਦਾ ਬੱਚਾ ਆਸਟ੍ਰੇਲੀਆ ਪੜ੍ਹਦਾ ਜੀ, ਲੋਕ ਕਹਿੰਦੇ ਆਸਟ੍ਰੇਲੀਆ 'ਚ PR ਨਹੀਂ ਮਿਲਦੀ, ਮੈਂ ਕਹਿੰਦਾ ਨਲਾਇਕਾਂ ਨੂੰ PR ਨਹੀਂ ਮਿਲਦੀ। ਜਿਹੜੇ ਬੱਚੇ ਉੱਥੇ ਜਾ ਕੇ ਪੜ੍ਹਦੇ ਨਹੀਂ, ਜਿਨ੍ਹਾਂ ਦੀ ਇੰਗਲਿਸ਼ ਵੀਕ ਹੈ, ਉਹਨਾਂ ਬੱਚਿਆਂ ਨੂੰ PR ਨਹੀਂ ਮਿਲਦੀ। ਬਟ ਜੇ ਤੁਸੀਂ ਆਸਟ੍ਰੇਲੀਆ ਜਾਣਾ ਹੈ, ਪਹਿਲਾਂ ਮਨ ਦੇ ਵਿੱਚ ਧਾਰ ਕੇ ਚੱਲੋ ਕਿ ਡਿਗਰੀ ਪੂਰੀ ਕਰਨੀ ਹੈ, ਉੱਥੇ ਜਾ ਕੇ ਤੁਹਾਨੂੰ 100% ਅੱਛੀ ਜੌਬਸ ਮਿਲਣਗੀਆਂ। ਇਹ ਕੰਟਰੀਜ਼ ਵੈਲਿਊ ਕਰਦੀਆਂ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੇ ਵਿੱਚ ਕੋਈ ਕਲਾ ਹੈ, ਜਿਨ੍ਹਾਂ ਦੇ ਵਿੱਚ ਟੈਲੈਂਟ ਹੈ, ਤੇ ਟੈਲੈਂਟ ਕਦੀ ਵੇਸਟ ਨਹੀਂ ਹੁੰਦਾ, ਚਾਹੇ ਉਹ ਇੰਡੀਆ ਚਾਹੇ ਉਹ ਅਬਰੋਡ ਹੈ, ਕੋਈ ਫਰਕ ਨਹੀਂ ਪੈਂਦਾ। ਸਭ ਰਿਚੀ ਜੀ ਸਭ ਇੱਕ ਜਿਹੀ ਹੈ, ਚਾਹੇ ਕੈਨੇਡਾ ਚਾਹੇ UK US ਹੈ, ਉਹਨਾਂ ਨੇ ਵੀ ਆਪਣੇ ਵਾਂਗੂ ਹੀ ਕੰਮ ਕਰਨਾ ਹੈ। ਬਸ ਉਹਨਾਂ ਦੇਸ਼ਾਂ ਦਾ ਸਿਸਟਮ ਥੋੜਾ ਜਿਹਾ ਸਮਰਿੱਧ ਹੈ ਕਿਉਂਕਿ ਐਡਵਾਂਸ ਕੰਟਰੀਜ਼ ਹੈ, ਪਰ ਇੰਡੀਆ ਵੀ ਮਾੜਾ ਨਹੀਂ ਹੈ। ਇੰਡੀਆ ਦੇ ਵਿੱਚ ਵੀ ਬਹੁਤ ਅੱਛੀਆਂ ਓਪਰਚੁਨਿਟੀਜ਼ ਹੈ ਜੇ ਤੁਸੀਂ ਐਕਸਪਲੋਰ ਕਰੋ ਤਾਂ। ਬੱਚੇ ਨੋ ਡਾਊਟ ਅੱਜ ਕੱਲ੍ਹ ਰੁਝਾਨ ਬਣ ਗਿਆ ਕਿ ਫੋਰਨ ਜਾਣਾ ਹੈ, ਜਾਣਾ ਮਾੜੀ ਗੱਲ ਨਹੀਂ ਹੈ, ਪਰ ਯਾਦ ਰੱਖੋ ਸਿਲੈਕਸ਼ਨ ਆਫ ਕੋਰਸ, ਸਿਲੈਕਸ਼ਨ ਆਫ ਯੂਨੀਵਰਸਿਟੀ, ਸਿਲੈਕਸ਼ਨ ਆਫ ਐਵਰੀਥਿੰਗ, ਇੱਕ ਮਾਈਨਿਊਟ ਡਿਟੇਲ, ਛੋਟੀ ਜਿਹੜੀ ਡਿਟੇਲ ਹੁੰਦੀ ਹੈ, ਉਹਨੂੰ ਤੁਸੀਂ ਪਹਿਲਾਂ ਆਪਣਾ ਹੋਮਵਰਕ ਕਰਕੇ ਜਾਓ। ਆਪਣੇ ਬੱਚੇ ਕੱਲ ਨੂੰ ਫਿਰ ਜਦੋਂ ਸਾਡੇ ਕੋਲ ਬੜੇ ਪੇਰੈਂਟਸ ਆਉਂਦੇ ਆ ਜੀ ਇੱਦਾਂ ਕਰਕੇ ਉੱਥੇ ਜਾ ਕੇ ਬੱਚਾ ਗਿਆ ਸੀ, ਕੋਰਸ ਚੇਂਜ ਕਰਨਾ ਹੈ, ਕਾਲਜ ਚੇਂਜ ਕਰਨਾ ਹੈ, ਇਹ ਕਿਉਂ ਆਈ? ਕਿਉਂਕਿ ਇਹ ਨਹੀਂ ਦੇਖਿਆ ਬੱਚਾ ਕਿਹੜੇ ਕਾਲਜ ਹੈ, ਉਹਦਾ ਕੈਂਪਸ ਕਿਹੜਾ ਹੈ, ਕਿ ਉਹ ਕੈਂਪਸ ਸ਼ਹਿਰ ਤੋਂ 500 ਕਿਲੋਮੀਟਰ ਦੂਰ ਹੈ, ਜਿੱਥੋਂ ਦੀ ਆਬਾਦੀ 5000 ਲੋਕਾਂ ਦੀ ਹੈ। ਉੱਥੇ ਤੁਸੀਂ ਕਿੱਥੇ ਜੀਵਨ ਜੀ ਲਓਗੇ? ਉੱਥੇ ਨੌਕਰੀ ਨਹੀਂ ਮਿਲੀ ਬੱਚੇ ਨੂੰ, ਉੱਥੇ ਆਪਣੇ ਕਮਾਉਣ ਜੋਗੇ ਫੀਸਾਂ ਤਾਂ ਕੀ ਕੱਢਣੀਆਂ ਬੱਚੇ ਨੇ, ਉਹ ਜਿਹੜੇ ਰੂਟੀਨ ਵਾਲੇ ਲਿਵਿੰਗ ਕਾਸਟ ਵੀ ਨਹੀਂ ਕੱਢ ਪਾਉਂਦੇ। ਸੋ ਬਸ ਇੱਕੋ ਹੀ ਗੱਲ ਹੈ, ਅਵੇਅਰਨੈਸ, ਥੋੜਾ ਜਿਹਾ ਅਵੇਅਰ ਰਹੋ, ਠੀਕ ਹੈ, ਤੇ ਸਭ ਕੁਝ ਠੀਕ ਹੋ ਜਾਏਗਾ। ਇਹੀ ਮਾਪਿਓ ਨੂੰ ਮੇਰੀ ਸੁਝਾਅ ਹੈ। ਪ੍ਰਵੀਨ ਜੀ, ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡਾਟਾ। ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ ਰਿਚੀ ਜੀ, ਤੁਸੀਂ ਵੀ ਆਏ, ਬੜਾ ਅੱਛਾ ਲੱਗਿਆ। ਤੇ ਅੱਜ ਦੇ ਇਸ ਵੀਡੀਓ ਦੇ ਰਾਹੀਂ ਮੇਰਾ ਜੋ ਮੈਸੇਜ ਬੱਚਿਆਂ ਤੱਕ ਪਹੁੰਚ ਰਿਹਾ ਹੈ ਜਾਂ ਉਹਨਾਂ ਦੇ ਮਾਪਿਓ ਤੱਕ ਪਹੁੰਚ ਰਿਹਾ, ਆਈ ਐਮ ਸ਼ੋਰ ਉਹਨਾਂ ਨੂੰ ਮੇਰੇ ਇਸ ਸ਼ਬਦਾਂ ਤੋਂ ਕੁਝ ਨਾ ਕੁਝ ਜ਼ਰੂਰ ਬੈਨੀਫਿਟ ਮਿਲੇਗਾ। ਥੈਂਕ ਯੂ ਜੀ। ਦਰਸ਼ਕੋ, ਹੁਣ ਅਸੀਂ ਗੱਲ ਕਰਾਂਗੇ ਗੀਤਕਾਰ ਸੁਖਵੀਜਾ ਜੀ ਦੇ ਨਾਲ, ਜਿਹੜੇ ਇੱਕ ਪਿਲਰ ਨੇ ਨਾਲ ਪ੍ਰਵੀਨ ਜੀ ਦੇ, ਦੋਨਾਂ ਪਿਲਰਸ ਨੇ ਮਿਲ ਕੇ ਜਿਹੜਾ ਹੈਗਾ ਇਹ ਮੁਕਾਮ ਅੱਜ ਹਾਸਲ ਕੀਤਾ। ਮੈਡਮ, ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਮੈਡਮ, ਆਈਲੈਟਸ ਜਿਹੜਾ ਕਿ ਇੱਕ ਐਸਾ ਫੀਲਡ ਹੈ ਜਿਹੜਾ ਕਿ ਤੁਸੀਂ 22 ਸਾਲ ਤੋਂ ਲੋਕਾਂ ਨੂੰ ਪਰਿਪੱਕ ਕਰ ਰਹੇ ਹੋ, ਉਹਦੇ ਵਿੱਚ ਲੋਕਾਂ ਨੂੰ ਇੱਕ ਨਈ ਜ਼ਿੰਦਗੀ ਦੇ ਰਹੇ ਹੋ, ਪਰ ਚਾਹੇ ਉਹ ਬੋਡੀ ਲੈਂਗੁਏਜ ਦੀ ਗੱਲ ਹੋਵੇ, ਪਰਸਨੈਲਿਟੀ ਡਿਵੈਲਪਮੈਂਟ ਦੀ ਗੱਲ ਹੋਵੇ, ਮਾਈਂਡ ਸੈਟਅਪ ਦੀ ਗੱਲ ਹੋਵੇ, ਤਾਂ ਇੱਕ ਕੰਪਲੀਟ ਟਰਾਂਸਫਰਮੇਸ਼ਨ ਜਿਹੜੀ ਹੈਗੀ ਆ ਤੁਹਾਡੇ ਸੈਂਟਰ 'ਚ ਤੁਸੀਂ ਆਪਣੇ ਟੀਚਰਸ ਨੂੰ ਕਾਉਂਸਲ ਕਰਦੇ ਹੋ, ਸੁਬਾਹ ਆ ਕੇ ਉਹਨਾਂ ਨੂੰ ਕਹਿੰਦੇ ਹੋ ਭਾਈ ਨਹੀਂ ਆਪਾਂ ਵਿੱਦਿਆ ਦਾ ਦਾਨ ਦੇਣਾ ਹੈਗਾ, ਔਰ ਉਹ ਬੱਚੇ ਜਿਨ੍ਹਾਂ ਦਾ ਲੈਵਲ ਘੱਟ ਵੀ ਹੁੰਦਾ ਉਹਨਾਂ ਨੂੰ ਵੀ ਇਹ ਜ਼ੋਨ 'ਚ ਲੈ ਕੇ ਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਰਹੇ ਹੋ। ਕੀ ਕਹਿਣਾ ਚਾਹੋਗੇ? ਸਰ, ਸਾਨੂੰ ਇਸ ਫੀਲਡ ਵਿੱਚ 22 ਸਾਲ ਹੋ ਗਏ। ਅਸੀਂ ਉਦੋਂ ਦਾ ਆਇਲਸ ਕਰਵਾ ਰਹੇ ਹਾਂ ਜਦੋਂ ਇੱਥੇ ਬਹੁਤ ਹੀ ਰੇਅਰ ਕੋਈ ਸੈਂਟਰ ਸੀ ਜਿਹੜਾ ਕਿ ਆਇਲਸ ਕਰਵਾਉਂਦਾ ਸੀ, ਲੇਕਿਨ ਅਸੀਂ ਅੱਜ ਵੀ ਉਹੀ ਹਾਂ ਜੋ ਅਸੀਂ ਪਹਿਲਾਂ ਸੀ। ਸਾਡਾ ਸ਼ੁਰੂ ਤੋਂ ਇਹ ਰਿਹਾ ਹੈ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਦੇਈਏ। ਬਹੁਤ ਸਾਰੇ ਇੰਸਟੀਚਿਊਟਸ ਹੈ ਜਿਨ੍ਹਾਂ ਦਾ ਮੋਟਿਵ ਸਿਰਫ ਹੁੰਦਾ ਹੈ ਕਿ ਪੈਸੇ ਕਮਾਉਣਾ, ਲੇਕਿਨ ਅਸੀਂ ਹਮੇਸ਼ਾ ਬੱਚਿਆਂ ਦੀ ਪਰਸਨੈਲਿਟੀ ਡਿਵੈਲਪਮੈਂਟ 'ਤੇ, ਉਹਨਾਂ ਦੀ ਇੰਪਰੂਵਮੈਂਟ 'ਤੇ, ਉਹਨਾਂ ਦੇ ਕਰੀਅਰ ਦੇ ਉੱਪਰ ਹਮੇਸ਼ਾ ਅਸੀਂ ਇਸ ਚੀਜ਼ ਦਾ ਧਿਆਨ ਦਿੱਤਾ ਹੈ ਕਿ ਉਹ ਜਿਹੜੇ ਬੱਚੇ ਬਾਹਰ ਜਾ ਕੇ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਨ, ਉਹ ਆਪਣਾ ਡਿਜ਼ਾਇਰਡ ਬੈਂਡ ਸਕੋਰ ਲੈ ਕੇ ਜਾਣ। ਅਸੀਂ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਟੈਕਨੀਕਸ ਅਤੇ ਇਸ ਤਰ੍ਹਾਂ ਦੀਆਂ ਸਟ੍ਰੈਟੇਜੀਜ਼ ਕਰਵਾਉਂਦੇ ਹਾਂ ਜਿਨ੍ਹਾਂ ਦੇ ਨਾਲ ਈਜ਼ੀਲੀ ਉਹ ਆਪਣਾ ਟਾਰਗੇਟ ਅਚੀਵ ਕਰ ਲੈਂਦੇ ਹਨ। ਮੈਡਮ, ਬਹੁਤ ਸਾਰੇ ਸਟੂਡੈਂਟਸ ਉਹੀ ਨੇ ਜਿਹੜੇ ਤੁਹਾਡੇ ਨਾਲ ਅਟੈਚ ਸੀਗੇ, ਤੁਹਾਡੇ ਤੋਂ ਪੜ੍ਹੇ ਆ, ਉਹੀ ਪੜ੍ਹਾਉਣ ਲੱਗ ਜਾਂਦੇ ਸੀਗੇ, ਉਹਨਾਂ ਨੂੰ ਤੁਸੀਂ ਗਾਈਡ ਕਰਕੇ, ਕਿਉਂਕਿ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੁੰਦਾ ਸੀਗਾ, ਉਹਨਾਂ ਦੇ ਕਨਸੈਪਟਸ ਕਲੀਅਰ ਹੁੰਦੇ ਸੀਗੇ, ਔਰ ਉਹ ਬੱਚੇ ਨਾਲੇ ਤਾਂ ਟ੍ਰੇਨਿੰਗ ਲੈ ਜਾਂਦੇ ਸੀਗੇ, ਨਾਲੇ ਫਿਰ ਬਾਹਰ ਜਾ ਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ। ਹਾਂਜੀ ਸਰ, ਬਿਲਕੁਲ ਤੁਸੀਂ ਇਹ ਗੱਲ ਸਹੀ ਕਹੀ ਹੈ, ਕਿਉਂਕਿ ਇੱਥੇ ਉਹਨਾਂ ਨੂੰ ਉਸ ਤਰ੍ਹਾਂ ਦਾ ਐਕਸਪੀਰੀਅੰਸ, ਔਨ ਜੌਬ ਐਕਸਪੀਰੀਅੰਸ ਮਿਲ ਜਾਂਦਾ ਸੀ ਜਿਹਦੇ ਨਾਲ ਉਹ ਜਾ ਕੇ ਈਜ਼ੀਲੀ ਉੱਥੇ ਜਾ ਕੇ ਆਪਣੀ ਜੌਬ ਦੇ ਵਿੱਚ ਆਪਣੇ ਟਾਰਗੇਟਸ ਨੂੰ ਅਚੀਵ ਕਰ ਸਕਦੇ ਸਨ।
ਮੈਡਮ ਆਪਾਂ ਗੱਲ ਕਰ ਲਈਏ ਮੌਕ ਟੈਸਟ ਦੀ, ਜਿਹੜਾ ਕਿ ਤੁਸੀਂ ਸਰਪ੍ਰਾਈਜ਼ਿੰਗਲੀ ਬਹੁਤ ਜ਼ਿਆਦਾ ਲੈਂਦੇ ਹੋ। ਤੁਹਾਡਾ ਮਾਈਂਡ ਇਹ ਹੁੰਦਾ ਕਿ ਅਸੀਂ ਬੱਚਿਆਂ ਨੂੰ ਐਵਰੇਡੀ ਸੈੱਲ ਬਣਾਉਣਾ ਹੈਗਾ ਕਿ ਬੱਚਿਆਂ ਨੂੰ ਜਦੋਂ ਮਰਜ਼ੀ ਕੋਈ ਚੀਜ਼ ਆ ਜਾਵੇ, ਕੋਈ ਡਿਫਿਕਲਟੀ ਆ ਜਾਵੇ, ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਆ ਜਾਵੇ ਤਾਂ ਉਹਨਾਂ ਨੂੰ ਫੇਸ ਕਰਨਾ ਆਉਂਦਾ ਹੋਵੇ। ਔਰ ਉਹਦੇ ਲਈ ਤੁਸੀਂ ਆਪਣੇ ਟੀਚਰਸ ਨੂੰ, ਖੁਦ ਨੂੰ ਤੁਸੀਂ ਜਿਹੜਾ ਹੈਗਾ ਟੀਚਰਾਂ ਦੇ ਨਾਲ ਕਾਉਂਸਲ ਕਰਕੇ ਟੀਚਰਸ ਨੂੰ ਕਿ ਭਾਈ ਆਪਾਂ ਇਹਨੂੰ ਸਰਪ੍ਰਾਈਜ਼ਿੰਗਲੀ ਲੈਣੇ ਹੈਗੇ ਆ ਟੈਸਟ, ਜਿਹਦੇ ਨਾਲ ਬੱਚਿਆਂ ਦਾ ਮਾਈਂਡ ਸੈਟਅਪ, ਅਗਲਾ ਕਹਿੰਦਾ ਸੈਟਰਡੇ ਨੂੰ ਲੈਣਾ, ਬੰਦੇ ਨੇ ਆਫ ਕਰਤਾ ਵੀ ਆਇਆ ਨਹੀਂ ਬੰਦਾ। ਲੇਕਿਨ ਤੁਸੀਂ ਹਮੇਸ਼ਾ ਜਦੋਂ ਕਲਾਸ ਪੂਰੀ ਹੁੰਦੀ ਆ ਨਾਲ ਦੀ ਨਾਲ ਉਹ ਇੱਕ ਮਤਲਬ ਇੱਕ ਤਰ੍ਹਾਂ ਦਾ ਟੈਸਟ ਲੈ ਲੈਂਦੇ ਹੋ, ਜਿਹਦੇ ਨਾਲ ਬੱਚਿਆਂ ਨੂੰ ਆਪਣਾ ਓਵਰਆਲ ਡਿਵੈਲਪਮੈਂਟ ਦਾ ਪਤਾ ਲੱਗਦਾ। ਹਾਂਜੀ ਸਰ, ਐਕਚੁਅਲੀ ਇੱਦਾਂ ਹੁੰਦਾ ਜਦੋਂ ਬੱਚੇ ਨੂੰ ਪਤਾ ਹੁੰਦਾ ਨਾ ਕਿ ਇੱਕ ਡੇ ਫਿਕਸਡ ਹੈ ਤੇ ਉਸੇ ਦਿਨ ਹੀ ਆਇਲਸ ਟੈਸਟ ਹੋਏਗਾ, ਬਹੁਤ ਸਾਰੇ ਬੱਚੇ ਉਹ ਮਿਸ ਮਾਰ ਜਾਂਦੇ ਆ। ਉਹਨਾਂ ਨੂੰ ਲੱਗਦਾ ਹੈ ਕਿ ਕਈਆਂ ਨੂੰ ਟੈਸਟ ਦਾ ਫੋਬੀਆ ਹੁੰਦਾ ਹੈ, ਉਹਨਾਂ ਨੂੰ ਲੱਗਦਾ ਹੈ ਕਿ ਅੱਜ ਜੇ ਮਿਸ ਮਾਰਾਂਗੇ ਤਾਂ ਚਲੋ ਅਸੀਂ ਇਸ ਚੀਜ਼ ਤੋਂ ਬਚ ਜਾਵਾਂਗੇ। ਪਰ ਸਾਡਾ ਹਮੇਸ਼ਾ ਇਹ ਟਾਰਗੇਟ ਹੁੰਦਾ ਹੈ ਕਿ ਬੱਚੇ ਦਾ ਟੈਸਟ ਉਸੇ ਦਿਨ ਲਿਆ ਜਾਵੇ ਜਦੋਂ ਕਲਾਸ ਕੰਪਲੀਟ ਹੋਵੇ, ਤਾਂ ਕਿ ਉਹਨਾਂ ਨੂੰ ਉੱਥੇ ਜਦੋਂ ਐਗਜ਼ਾਮ ਦੇ ਵਿੱਚ ਜਾਣ ਤੇ ਜਾ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਡਿਫਿਕਲਟੀ ਨਾ ਆਏ। ਮੈਡਮ ਐਜ਼ ਫਾਰ ਐਜ਼ ਇੰਗਲਿਸ਼ ਸਪੀਕਿੰਗ ਇਜ਼ ਕੰਸਰਨ, ਤੁਸੀਂ ਬੜੇ ਬੈਟਰ ਵੇ ਦੇ ਨਾਲ ਉਹਨਾਂ ਨੂੰ ਐਗਜ਼ੈਂਪਲੇਟਰੀ ਜਿਹੜਾ ਹੈਗਾ ਸਮਝਾਉਂਦੇ ਹੋ, ਔਰ ਤਜਰਬਾ ਜਿਹੜਾ ਹੈਗਾ ਉਹ ਵੀ ਤੁਹਾਡਾ ਵੱਡਾ ਹੈਗਾ, 22 ਸਾਲ ਕੋਈ ਇਸ ਫੀਲਡ 'ਚ ਹੋਣਾ ਮਾਇਨੇ ਰੱਖਦਾ ਹੈਗਾ। ਔਰ ਤੁਸੀਂ ਉਹਨਾਂ ਨੂੰ ਖੇਲ ਦੇ ਵਿੱਚ ਹੀ ਇੰਗਲਿਸ਼ ਸਿਖਾਉਂਦੇ ਹੋ, ਉਹਨਾਂ ਨੂੰ ਉਹ ਇੰਗਲਿਸ਼ ਜਿਹੜੀ ਹਊਆ ਲੱਗਦੀ ਹੁੰਦੀ ਆ, ਉਹਨਾਂ ਨੂੰ ਮਜ਼ਾ ਆਉਣ ਲੱਗ ਜਾਂਦਾ, ਉਹ ਪੇਪਰ ਪੜ੍ਹਨ ਲੱਗ ਜਾਂਦੇ ਹੈਗੇ ਆ, ਉਹ ਕਮੈਂਟਰੀ ਸੁਣਨ ਲੱਗ ਜਾਂਦੇ ਆ, ਉਹ ਸ਼ੀਸ਼ੇ ਮੂਹਰੇ ਖੜ ਕੇ ਆਪ ਬੋਲਦੇ ਹੈਗੇ ਆ। ਹਰ ਚੀਜ਼ ਤੁਸੀਂ ਉਹਨੂੰ ਟੈਕਨੀਕਾਂ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਦੱਸਦੇ ਹੋ, ਜਿਹਦੇ ਨਾਲ ਬੱਚੇ ਦਾ ਮਨੋਬਲ ਵਧਿਆ ਰਹਿੰਦਾ। ਔਰ ਉਹ ਬੱਚੇ ਜਿਹੜੇ ਸਿੰਪਲਿਸਿਟੀ ਨਾਲ ਆਉਂਦੇ ਆ, ਜਿਨ੍ਹਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਜਦੋਂ ਸਟੇਜ 'ਤੇ ਚੜ੍ਹਦੇ ਤੁਹਾਡੇ ਕੋਲ ਆਉਂਦੇ ਨੇ, ਉਦੋਂ ਉਹਨਾਂ ਦਾ ਮਾਈਂਡ ਸੈਟਅਪ ਪਰ ਜਾਂਦੇ ਨੇ ਤਾਂ ਇੱਕ ਇਹੋ ਜਿਹੀ એનર્ਜੀ ਲੈ ਕੇ ਜਾਂਦੇ ਵੀ, ਚਾਹੇ ਉਹ ਆਈਲੈਟਸ ਕਰਨ, ਇਮੀਗ੍ਰੇਸ਼ਨ ਦੇ ਵਿੱਚ ਜਾਣ, ਲੇਕਿਨ ਅਗਰ ਕਿਸੇ ਹੋਰ ਵੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਅਪੀਅਰ ਹੋਣਾ ਤਾਂ ਵੀ ਉਹ ਮਤਲਬ ਬਹੁਤ ਉਚਾਈ ਤੇ ਜਾਂਦੇ। ਸਰ ਇੱਦਾਂ ਹੈ ਕਿ ਆਪਣੇ ਪੰਜਾਬ ਦੇ ਵਿੱਚ ਨਾ ਇੰਗਲਿਸ਼ ਨੂੰ ਸ਼ੁਰੂ ਤੋਂ ਹੀ ਇੱਕ ਹਊਆ ਮੰਨਿਆ ਜਾਂਦਾ ਹੈ। ਸ਼ਾਇਦ ਕਮੀ ਸਾਡੇ ਐਜੂਕੇਸ਼ਨ ਸਿਸਟਮ ਦੀ ਹੈ, ਜਿੱਥੇ ਇੱਕ ਜਿਹੜੀ ਲੈਂਗੁਏਜ ਹੈ ਉਹਨੂੰ ਸਬਜੈਕਟ ਦੀ ਤਰ੍ਹਾਂ ਕਰਾਇਆ ਜਾਂਦਾ। ਸ਼ੁਰੂ ਤੋਂ ਬੱਚੇ ਦਾ ਇਹੀ ਮੋਟਿਵ ਹੁੰਦਾ ਹੈ ਕਿ ਅਸੀਂ ਮਾਰਕਸ ਲੈਣੇ ਹੈ ਤੇ ਬਸ ਇਹਨੂੰ ਅਸੀਂ ਇੱਕ ਤਰ੍ਹਾਂ ਨਾਲ ਕਲੀਅਰ ਕਰਨਾ ਹੈ। ਲੇਕਿਨ ਸਾਡੇ ਇੰਸਟੀਚਿਊਟ ਦੇ ਵਿੱਚ ਇੱਦਾਂ ਹੈ ਕਿ ਜਿਹੜਾ ਬੱਚਾ ਆਉਂਦਾ ਹੈ, ਅਸੀਂ ਉਹਨੂੰ ਇੰਗਲਿਸ਼ ਨੂੰ ਇੱਕ ਲੈਂਗੁਏਜ ਦੀ ਤਰ੍ਹਾਂ ਕਰਨਾ ਸਿਖਾਉਂਦੇ ਹਾਂ। ਅਸੀਂ ਉਹਨੂੰ ਦੱਸਦੇ ਹਾਂ ਕਿ ਜਿਵੇਂ ਪੰਜਾਬੀ ਹਿੰਦੀ ਇੱਕ ਲੈਂਗੁਏਜ ਹੈ, ਉਸੇ ਤਰੀਕੇ ਨਾਲ ਇੰਗਲਿਸ਼ ਵੀ ਇੱਕ ਲੈਂਗੁਏਜ ਹੈ ਤੇ ਇਹਦੇ ਵਿੱਚ ਤੁਹਾਨੂੰ ਨਰਵਸ ਹੋਣ ਦੀ ਕੋਈ ਜ਼ਰੂਰਤ ਨਹੀਂ। ਜੇ ਤੁਸੀਂ ਇਹਨੂੰ ਲੈਂਗੁਏਜ ਦੀ ਤਰ੍ਹਾਂ ਕਰੋਗੇ, ਇਹਦੇ ਚਾਰੋਂ ਮੋਡਿਊਲਸ ਜਿਵੇਂ ਕਿ ਰੀਡਿੰਗ ਹੈ, ਲਿਸਨਿੰਗ ਹੈ, ਸਪੀਕਿੰਗ ਹੈ, ਰਾਈਟਿੰਗ ਹੈ, ਜੇ ਤੁਸੀਂ ਇਹਨੂੰ ਇੱਕ ਲੈਂਗੁਏਜ ਦੀ ਤਰ੍ਹਾਂ ਕਰੋਗੇ ਤਾਂ ਤੁਸੀਂ ਈਜ਼ੀਲੀ ਉਹਨੂੰ ਸਿੱਖ ਪਾਉਂਦੇ ਹੋ। ਇਸ ਕਰਕੇ ਅਸੀਂ ਉਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਕੁਝ ਰੋਲ ਮਾਡਲਸ ਦੇ ਕੇ, ਕੁਝ ਅਲੱਗ-ਅਲੱਗ ਐਗਜ਼ਾਮਪਲਸ ਦੇ ਕੇ, ਕੁਝ ਡਿਫਰੈਂਟ ਸਟ੍ਰੈਟੇਜੀਜ਼ ਦੇ ਕੇ ਕਰਵਾਈ ਦੀ ਹੈ, ਜਿਸ ਦੇ ਨਾਲ ਬੱਚੇ ਬਹੁਤ ਹੀ ਈਜ਼ੀਲੀ ਇੰਗਲਿਸ਼ ਨੂੰ ਇੱਕ ਲੈਂਗੁਏਜ ਦੀ ਤਰ੍ਹਾਂ ਅਚੀਵ ਕਰ ਲੈਂਦੇ ਹਨ। ਮੈਡਮ 22 ਸਾਲ ਦੇ ਵਿੱਚ ਤੁਸੀਂ ਵੀ ਚਾਹੁੰਦੇ ਤਾਂ ਅੱਜ 15-20 ਇੰਸਟੀਟਿਊਸ਼ਨਸ ਖੋਲ੍ਹ ਸਕਦੇ ਸੀਗੇ, ਲੇਕਿਨ ਤੁਸੀਂ ਜੋਬ ਨਾਲ ਜਸਟਿਸ ਵਾਲੇ ਇਨਸਾਨ ਹੋ ਦੋਨੇ ਜੀ। ਤੁਹਾਡਾ ਮਨ ਇਹ ਹੈ ਕਿ ਅਸੀਂ ਜੋ ਕਰੀਏ ਉਹ ਇੰਨਾ ਕੁ ਪਰਫੈਕਟ ਕਰੀਏ। ਤੁਸੀਂ ਵੇਖੋ ਇਮੀਗ੍ਰੇਸ਼ਨ ਦਾ ਹੁਣ ਬੜੀ ਲੇਟ ਆ ਕੇ ਫਰੀਦਕੋਟ ਵਿੱਚ ਸ਼ੁਰੂ ਕੀਤਾ, ਕਿਉਂਕਿ ਲੋਕਾਂ ਦੀ ਮੰਗ ਸੀਗੀ ਕਿ ਤੁਸੀਂ ਫਰੀਦਕੋਟ ਵੀ ਆਓ। ਫਾਈਲਿੰਗ ਦੀ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਬੜਾ ਪਰਫੈਕਟਲੀ ਫਾਈਲਿੰਗ ਦੇ ਵਿੱਚ, ਕਿਉਂਕਿ ਤੁਸੀਂ ਸਿੰਟੈਕਲੀ ਬੜੇ ਹਾਈ ਹੋ ਔਰ ਤੁਹਾਨੂੰ ਪਤਾ ਕਿੱਦਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ। ਇੰਟਰਵਿਊ ਦੀ ਗੱਲ ਕਰ ਲਈਏ ਯੂਕੇ ਵਗੈਰਾ ਦੀ, ਤਾਂ ਤੁਸੀਂ ਇੰਟਰਵਿਊ ਦੇ ਲਈ ਬੱਚਿਆਂ ਨੂੰ ਇੰਨਾ ਪਰਿਪੱਕ ਕਰ ਦਿੰਦੇ ਹੋ, ਉਹਨਾਂ ਨੂੰ ਬਾਡੀ ਲੈਂਗੁਏਜ, ਉਹਨਾਂ ਦਾ ਮਾਈਂਡ ਸੈਟਅਪ, ਹਰ ਚੀਜ਼ ਜਿਹੜਾ ਇੱਕੋ ਛੱਤ ਦੇ ਥੱਲੇ ਲੋਕਾਂ ਨੂੰ ਮਿਲਦੀ ਹੈ। ਔਰ ਤੁਸੀਂ ਹਮੇਸ਼ਾ ਕਮਰਸ਼ੀਅਲਾਈਜੇਸ਼ਨ ਨਹੀਂ ਬਲਕਿ ਸੇਵਾ ਦੇ ਵਿੱਚ ਧਿਆਨ ਰੱਖਿਆ। ਸਰ ਸ਼ੁਰੂ ਤੋਂ ਜਦੋਂ ਤੋਂ ਅਸੀਂ ਇਹ ਇੰਸਟੀਚਿਊਟ ਸਟਾਰਟ ਕੀਤਾ, ਸਾਡਾ ਮੋਟਿਵ ਹਮੇਸ਼ਾ ਇਹੀ ਸੀ ਕਿ ਅਸੀਂ ਕੁਆਲਿਟੀ ਐਜੂਕੇਸ਼ਨ ਦੇ ਪਾਈਏ। ਦੇਖੋ ਕੁਆਲਿਟੀ ਐਂਡ ਕੁਆਂਟੀਟੀ 'ਚ ਫਰਕ ਹੁੰਦਾ ਹੈ। ਬਹੁਤ ਸਾਰੇ ਇਹੋ ਜਿਹੇ ਇੰਸਟੀਚਿਊਟ ਹੈ ਜਿਨ੍ਹਾਂ ਦਾ ਮੋਟਿਵ ਹੈ ਪੈਸਾ ਕਮਾਉਣਾ, ਲੇਕਿਨ ਅਸੀਂ ਪੈਸੇ ਨੂੰ ਕਦੀ ਵੀ ਇੰਪੋਰਟੈਂਸ ਨਹੀਂ ਦਿੱਤੀ। ਸਾਡਾ ਹਮੇਸ਼ਾ ਇਹ ਸੀਗਾ, ਕਿਉਂਕਿ ਅਸੀਂ ਆਰਟ ਆਫ ਲਿਵਿੰਗ ਨਾਲ ਵੀ ਅਸੀਂ ਐਸੋਸੀਏਟਡ ਹੈ, ਤੇ ਇਸ ਕਰਕੇ ਸਾਨੂੰ ਹਮੇਸ਼ਾ ਇਹ ਟੀਚਿੰਗ ਮਿਲੀਆਂ ਹੈ ਕਿ ਕਰੀਅਰ ਜਿਹੜਾ ਹੈ ਨਾ ਉਹ ਜ਼ਿਆਦਾ ਇੰਪੋਰਟੈਂਟ ਹੈ ਪੈਸੇ ਦੇ ਨਾਲੋਂ। ਸੋ ਇਸ ਕਰਕੇ ਕੀ ਹੈ ਕਿ ਪੈਰੈਂਟਸ ਦਾ ਸਾਡੇ 'ਤੇ ਹਮੇਸ਼ਾ ਫੇਥ ਬਣਿਆ ਰਹਿੰਦਾ ਹੈ। ਜਦੋਂ ਵੀ ਉਹਨਾਂ ਨੂੰ ਇਸ ਗੱਲ ਆਉਂਦਾ ਹੈ ਕਿ ਅਸੀਂ ਕਿਹੜੇ ਇੰਸਟੀਚਿਊਟ ਦੇ ਵਿੱਚ ਜਾਈਏ, ਉੱਥੇ ਜਾਈਏ ਕਿ ਜਿੱਥੇ ਕੁਆਲਿਟੀ ਐਜੂਕੇਸ਼ਨ ਮਿਲਦੀ ਹੈ, ਜਾਂ ਉੱਥੇ ਜਿੱਥੇ ਨੰਬਰ ਹੈ, ਤਾਂ ਹਮੇਸ਼ਾ ਪੈਰੈਂਟਸ ਦੀ ਪ੍ਰੈਫਰੈਂਸ ਸਾਡਾ ਇੰਸਟੀਚਿਊਟ ਹੁੰਦਾ ਹੈ। ਮੈਡਮ ਯੂ ਹੈਵ ਲੌਂਗ ਡਾਟਾ। ਸਾਨੂੰ ਅੱਜ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਹੈਲੋ ਫਰੈਂਡਸ, ਦਿਸ ਇਜ਼ ਪ੍ਰਵੀਨ ਸੁਖੀਜਾ ਐਂਡ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਪੜ੍ਹਨ ਜਾਣਾ ਚਾਹੀਦਾ ਹੈ ਕਿ ਨਹੀਂ। ਬਹੁਤ ਸਾਰੇ ਬੱਚੇ ਕਨਫਿਊਜ਼ਡ ਹੈ ਆਪਣੇ ਇਸ ਡਿਸੀਜਨ ਨੂੰ ਲੈ ਕੇ ਕਿ ਸਾਨੂੰ ਕੈਨੇਡਾ ਜਾਣਾ ਚਾਹੀਦਾ ਹੈ ਕਿ ਆਸਟ੍ਰੇਲੀਆ। ਪਿਛਲੇ 2 ਸਾਲ ਤੋਂ ਆਸਟ੍ਰੇਲੀਆ ਨੇ ਕੋਵਿਡ ਦੇ ਦੌਰਾਨ ਤੁਹਾਨੂੰ ਪਤਾ ਹੈ ਕਿ ਬਾਰਡਰਸ ਆਪਣੇ ਬੰਦ ਰੱਖੇ ਸੀ ਤੇ ਬਹੁਤ ਘੱਟ ਬੱਚੇ ਜਿਹੜੇ ਸੋਚ ਰਹੇ ਸੀ ਆਸਟ੍ਰੇਲੀਆ ਜਾਣ ਤੇ
ਉਹ ਉਹਨਾਂ ਨੇ ਵੀ ਆਪਣਾ ਪ੍ਰੋਗਰਾਮ ਚੇਂਜ ਕਰਕੇ ਕੈਨੇਡਾ ਵੱਲ ਸ਼ਿਫਟ ਹੋ ਗਏ ਸੀ। ਪਰ ਅੱਜ ਜਿਹੜਾ ਬੱਚਾ 2021 ਦੇ ਵਿੱਚ ਪਾਸ ਆਊਟ ਹੋਇਆ ਹੈ ਜਾਂ ਫਿਰ 2022 ਦੇ ਵਿੱਚ ਜਿਹਨੇ +2 ਕੰਪਲੀਟ ਕਰਨੀ ਹੈ, ਉਹ ਇਹ ਸਵਾਲ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਹੈ ਕਿ ਆਸਟ੍ਰੇਲੀਆ ਪੜ੍ਹਨਾ ਚਾਹੀਦਾ ਹੈ, ਕੀ ਫਰਕ ਕੀ ਹੈ। ਦੇਖੋ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਇਹ ਦੱਸ ਸਕਦਾ ਹਾਂ, ਕਿਉਂਕਿ ਮੈਂ ਆਸਟ੍ਰੇਲੀਆ 2017 ਦੇ ਵਿੱਚ ਗਿਆ ਸੀ। ਉੱਥੇ ਮੈਂ ਮੈਲਬਰਨ, ਸਿਡਨੀ, ਪਰਥ, ਬ੍ਰਿਸਬੇਨ ਸਾਰੇ ਸਿਟੀਜ਼ ਦੇ ਵਿੱਚ ਦੇਖਿਆ, ਕਾਫੀ ਸਾਰੀ ਯੂਨੀਵਰਸਿਟੀਜ਼ ਦੇ ਵਿੱਚ ਮੈਂ ਵਿਜ਼ਿਟ ਕੀਤਾ ਤੇ ਇਹ ਫਰਕ ਪਾਇਆ ਜੋ ਕਿ ਕੈਨੇਡਾ ਦੇ ਵਿੱਚ। ਦੇਖੋ ਕੈਨੇਡਾ ਤੇ ਆਸਟ੍ਰੇਲੀਆ ਦਾ ਜਿਹੜਾ ਸਭ ਤੋਂ ਵੱਡਾ ਕੰਪੈਰੀਜ਼ਨ ਇਹ ਹੈ ਕਿ ਜਿਹੜਾ ਆਸਟ੍ਰੇਲੀਆ ਦਾ ਜਿਹੜਾ ਕਲਾਈਮੇਟ ਹੈ ਨਾ, ਉਹ ਬਹੁਤ ਵਧੀਆ ਹੈ, ਬਿਲਕੁਲ ਆਪਣੇ ਵਾਂਗੂ ਹੀ ਹੈ। ਇਟ ਇਜ਼ ਜਸਟ ਲਾਈਕ ਇੰਡੀਅਨ ਕਲਾਈਮੇਟ। ਉੱਥੇ ਬਰਫ਼ ਨਹੀਂ ਪੈਂਦੀ ਬਿਲਕੁਲ ਵੀ, ਕਿਉਂਕਿ ਅਕਸਰ ਠੰਡ ਤੋਂ ਬੜੇ ਬੱਚਿਆਂ ਨੂੰ ਪਰੇਸ਼ਾਨੀ ਹੁੰਦੀ ਹੈ। ਸੋ ਇਸ ਕਰਕੇ ਪਹਿਲੀ ਚੀਜ਼ ਹੈ ਕਲਾਈਮੇਟ। ਦੂਸਰੀ ਚੀਜ਼ ਡਰਾਈਵਿੰਗ ਰੂਲਸ ਜਿਹੜੇ ਹੈਗੇ ਆ ਉਹ ਇੰਡੀਆ ਵਰਗੇ ਹੀ ਹੈ। ਆਈ ਮੀਨ ਉੱਥੇ ਜਿਵੇਂ ਕੈਨੇਡਾ ਦੇ ਵਿੱਚ ਤੁਸੀਂ ਅਕਸਰ ਸੁਣਿਆ ਹੋਣਾ ਹੈ, ਜਿਵੇਂ ਆਪਣੀ ਜਿਹੜੀ ਡਰਾਈਵ ਹੈ ਉੱਥੇ ਰਾਈਟ ਹੈਂਡ ਤੇ ਲੈਫਟ ਹੈਂਡ ਡਰਾਈਵ ਵਾਲਾ ਕਨਸੈਪਟ ਹੈ, ਉੱਥੇ ਮਤਲਬ ਉਲਟਾ ਹੈ ਸਾਰਾ ਕੁਝ। ਸੋ ਇਸ ਕਰਕੇ ਆਸਟ੍ਰੇਲੀਆ ਦੇ ਵਿੱਚ ਜਿਵੇਂ ਡਰਾਈਵਿੰਗ ਆਪਣੇ ਇੱਥੇ ਇੰਡੀਆ ਹੁੰਦੀ ਹੈ ਉਵੇਂ ਹੀ ਉੱਥੇ ਹੁੰਦੀ ਹੈ। ਸੋ ਤੀਸਰੀ ਚੀਜ਼ ਜਿਹੜੀ ਹੈ, ਆਸਟ੍ਰੇਲੀਆ ਦੀ ਜਿਹੜੀਆਂ ਯੂਨੀਵਰਸਿਟੀਜ਼ ਹੈ ਬਹੁਤ ਵਧੀਆ ਟੌਪ ਕਲਾਸ ਯੂਨੀਵਰਸਿਟੀਜ਼ ਹੈ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤੁਸੀਂ ਡਿਪਲੋਮਾ ਦੀ ਪੜ੍ਹਾਈ ਨਹੀਂ ਕਰ ਸਕਦੇ, ਤੁਸੀਂ ਡਿਗਰੀ ਦੀ ਪੜ੍ਹਾਈ ਹੀ ਕਰਨੀ ਪੈਣੀ ਹੈ। ਸੋ ਕਿਉਂਕਿ ਅੱਗੇ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਮਿਲਦਾ ਹੈ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਤੋਂ ਬਾਅਦ, ਉਹ ਗ੍ਰੈਜੂਏਸ਼ਨ ਤੋਂ ਬਾਅਦ। ਸੋ ਬੱਚੇ ਹਾਇਰ ਸਟੱਡੀਜ਼ ਵਾਸਤੇ ਜਾਂਦੇ ਆ। ਸੋ ਇੱਕ ਸਭ ਤੋਂ ਵੱਡਾ ਫਰਕ ਇਹ ਹੈ ਕਿ ਅਨਲਾਈਕ ਕੈਨੇਡਾ ਦੇ ਵਿੱਚ ਬੱਚੇ ਡਿਪਲੋਮਾ ਪ੍ਰੋਗਰਾਮ ਕਰਨ ਚਲੇ ਜਾਂਦੇ ਆ, ਬਟ ਆਸਟ੍ਰੇਲੀਆ 'ਚ ਤੁਹਾਨੂੰ ਡਿਗਰੀ ਕਰਨੀ ਹੈ ਤੇ ਡਿਗਰੀ ਤੋਂ ਬਾਅਦ ਤੁਸੀਂ ਆਪਣਾ ਮਾਸਟਰਸ ਕਰ ਸਕਦੇ ਹੋ। ਅੱਗੇ ਜੋ ਵੀ ਤੁਸੀਂ ਆਪਣਾ ਕਰੀਅਰ ਬਣਾਉਣਾ ਹੈ, ਬੜੀ ਅੱਛੀਆਂ ਜੌਬ ਓਪਰਚੁਨਿਟੀਜ਼ ਵੀ ਹੈਗੀਆਂ।